ਸਤਿ ਸ਼੍ਰੀ ਅਕਾਲ ਜੀ ਸਾਰੇ ਦੇਖਣ ਵਾਲਿਆਂ ਨੂੰ। ਮੈਂ ਰਮਨ ਢਿੱਲੋਂ ਹਿਡਨ ਵੈਲਥ ਫਾਊਂਡੇਸ਼ਨ ਲਈ ਇੱਕ ਹੋਰ ਨਵਾਂ ਐਪੀਸੋਡ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਔਰ ਇਸ ਐਪੀਸੋਡ ਦੇ ਵਿੱਚ ਆਪਾਂ ਇੱਕ ਚੀਜ਼ ਨਵੀਂ ਸ਼ੁਰੂ ਕਰਨ ਜਾ ਰਹੇ ਹਾਂ ਕਿ ਜਿਹੜੇ ਸਾਡੇ ਬਿਜ਼ਨੈਸਿਸ ਹੈਗੇ ਆ, ਲੋਕਲ ਬਿਜ਼ਨੈਸਿਸ ਹੈਗੇ ਆ, ਜਿਨ੍ਹਾਂ ਨੇ ਹਿਡਨ ਵੈਲਥ ਫਾਊਂਡੇਸ਼ਨ ਦੀ ਸਪੋਰਟ ਕੀਤੀ ਔਰ ਨਾਲੇ ਇਸ ਲੋਕਲ ਕਮਿਊਨਿਟੀ ਦੇ ਵਿੱਚ ਉਹ ਥਰਾਈਵ ਕਰ ਰਹੇ ਆ, ਉਹ ਵਧੀਆ ਕਰ ਰਹੇ ਆ। ਅਸੀਂ ਉਸ ਬਿਜ਼ਨੈਸਿਸ ਨੂੰ ਤੁਹਾਡੇ ਨਾਲ ਰੂਬਰੂ ਕਰਿਆ ਕਰਾਂਗੇ ਤੇ ਉਸ ਬਿਜ਼ਨਸ ਦੇ ਜਿਹੜੇ ਕਰਤਾ ਧਰਤਾ ਨੇ ਉਹਨਾਂ ਨੂੰ ਤੁਹਾਡੇ ਤਾਈਂ ਰੂਬਰੂ ਕਰਿਆ ਕਰਾਂਗੇ। ਤੇ ਇਸ ਸੀਰੀਜ਼ ਦੇ ਵਿੱਚ ਇਸ ਜਿਹੜੀ ਲੜੀ ਦੇ ਵਿੱਚ ਅੱਜ ਸਾਡੇ ਨਾਲ ਪਹਿਲੇ ਜਿਹੜੇ ਇਸ ਬਿਜ਼ਨਸ ਦੇ ਓਨਰ ਜਿਹੜੇ ਹੈਗੇ ਆ ਬੋਪਾ ਰਾਏ ਟਰੱਕਿੰਗ ਤੋਂ ਸਨੀ ਬੋਪਾ ਰਾਏ ਸਾਡੇ ਨਾਲ ਹਾਜ਼ਰ ਨੇ। ਤੇ ਸਨੀ ਬੋਪਾ ਰਾਏ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਨੀ, ਕਾਫੀ ਦੇਰ ਤੋਂ ਜਿਹੜੀ ਇਹ ਗੱਲਬਾਤ ਚੱਲ ਰਹੀ ਸੀਗੀ ਕਿ ਅਸੀਂ ਇੱਥੇ ਦੀ ਕਮਿਊਨਿਟੀ ਜਿਹੜੀ ਆ, ਆਪਣੀ ਲੋਕਲ ਕਮਿਊਨਿਟੀ ਆ, ਉਹਦੇ ਵਿੱਚ ਅਸੀਂ ਜਿਹੜੇ ਸਾਡੇ ਲੋਕਲ ਬਿਜ਼ਨਸ ਪੀਪਲ ਹੈਗੇ ਆ, ਜਿਹੜੇ ਵੀ ਲੋਕ ਇੱਥੇ ਕੁਛ ਐਕਸਟਰਾ ਕੰਮ ਕਰਦੇ ਆ, ਨਾਟ ਓਨਲੀ ਇੱਕ ਬਿਜ਼ਨਸ ਰਨ ਕਰਨਾ ਬਟ ਬਿਜ਼ਨਸ ਦੇ ਨਾਲ ਨਾਲ ਇੱਕ ਹੋਰ ਐਕਸਟਰਾ ਕੰਮ ਵੀ ਕਰਨਾ, ਕਿਸੇ ਨਾ ਕਿਸੇ ਆਰਗੇਨਾਈਜੇਸ਼ਨ ਨਾਲ ਜੁੜੇ ਆ, ਹੈਲਪ ਕਰਦੇ ਆ। ਸੋ ਉਹਨਾਂ ਨੂੰ ਥੋੜ੍ਹਾ ਹਾਈਲਾਈਟ ਕਰਨਾ ਜਾਂ ਉਹਨਾਂ ਨੂੰ ਪਬਲਿਕ ਦੇ ਸਾਹਮਣੇ ਲੈ ਕੇ ਆਉਣਾ ਔਰ ਪਬਲਿਕ ਨੂੰ ਮੋਟੀਵੇਟ ਕਰਨਾ ਕਿ ਉਹ ਵੀ ਕੁਛ ਨਾ ਕੁਛ ਇੱਦਾਂ ਦਾ ਕੰਮ ਕਰਨ। ਸੋ ਮੇਰਾ ਪਹਿਲਾ ਜਿਹੜਾ ਸਵਾਲ ਹੈ ਤੁਹਾਡੇ ਤਾਈਂ ਕਿ ਕਿਵੇਂ ਸਫ਼ਰ ਸ਼ੁਰੂ ਹੋਇਆ ਅਮਰੀਕਾ ਦਾ, ਕਿਵੇਂ ਤੁਸੀਂ ਇੱਥੇ ਆਏ ਔਰ ਕਿਸ ਤਰ੍ਹਾਂ ਦਾ ਜਿਹੜਾ ਕੰਮ ਆ ਉਹ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਦੱਸਿਓ। ਅਸੀਂ ਇੱਥੇ ਆਏ ਸੀ 1996 ਦੇ ਵਿੱਚ, ਸੈਲਮਾ ਕੈਲੀਫੋਰਨੀਆ। ਇੱਥੋਂ ਉਜੜ ਕੇ ਡੈਨਵਰ ਕੋਲੋਰਾਡੋ ਚਲ ਗਏ, ਉੱਥੋਂ ਉਜੜ ਕੇ ਫਿਰ ਫਰੈਜ਼ਨੋ ਕੈਲੀਫੋਰਨੀਆ ਆ ਗਏ। ਅਤੇ ਬੇਸਿਕਲੀ ਇੱਥੋਂ ਜਿਹੜੀਆਂ ਗਲਤੀਆਂ ਕਰਕੇ ਗਏ ਉੱਥੇ ਕੁਛ ਹੋਰ ਗਲਤੀਆਂ ਕੀਤੀਆਂ ਅਤੇ ਉਹਨਾਂ ਗਲਤੀਆਂ ਤੋਂ ਸਿੱਖ ਕੇ ਫਿਰ ਇੱਥੇ ਦੁਬਾਰਾ ਜ਼ੀਰੋ ਤੋਂ ਸ਼ੁਰੂ ਕੀਤਾ 2003 ਦੇ ਵਿੱਚ ਐਜ਼ ਏ ਟਰੱਕ ਡਰਾਈਵਰ। ਅਤੇ ਟਰੱਕ ਡਰਾਈਵਰ ਤੋਂ ਸ਼ੁਰੂ ਹੋ ਕੇ ਫਿਰ ਹੌਲੀ ਹੌਲੀ ਕੰਪਨੀ ਬਣ ਗਈ, ਲੋਕ ਆਏ ਮਿਲੇ ਅਤੇ ਆਪਣਾ ਸਾਰਾ ਕਾਫਲਾ ਜਿਹਾ ਬਣ ਗਿਆ ਅਤੇ ਯਾਰਾਂ ਦੋਸਤਾਂ ਕਰਕੇ, ਮਿੱਤਰਾਂ ਕਰਕੇ, ਵੱਡਿਆਂ ਕਰਕੇ ਅਤੇ ਕੰਪਨੀ ਥੋੜ੍ਹੀ ਜਿਹੀ ਵੱਡੀ ਹੋ ਗਈ ਜੀ। ਨਹੀਂ, ਬੜੀ ਵਧੀਆ ਹੋ ਗਈ ਹੈ, ਬੜੀ ਵਧੀਆ ਗੱਲ ਹੈ। ਅਤੇ ਨਾਲੇ ਦੂਸਰੀ ਗੱਲ ਹੈ ਕਿ ਬੇਸਿਕਲੀ ਮੈਂ ਤਾਂ ਇਹ ਨਹੀਂ ਕਹੂੰਗਾ ਕਿ ਆਪਾਂ ਇੱਥੋਂ ਉਜੜ ਕੇ ਗਏ, ਆਪਾਂ ਇੱਕ ਬੈਟਰ ਫਿਊਚਰ ਦੇ ਲਈ ਆਪਾਂ ਗਏ ਦੂਜੇ ਪਾਸੇ ਅਤੇ ਉੱਥੋਂ ਆਪਾਂ ਫਿਰ ਇੱਥੇ ਆਏ। ਮੇਰੇ ਖਿਆਲ ਤੁਹਾਡਾ ਪਿਆਰ ਜਿਹੜਾ ਹੈ ਸੈਂਟਰਲ ਵੈਲੀ ਦੇ ਨਾਲ ਜ਼ਿਆਦਾ ਲੱਗਦਾ ਹੈ ਕਿਉਂਕਿ ਸਲਮੇ ਤੋਂ ਜਾ ਕੇ ਕੋਲੋਰਾਡੋ ਦੇ ਵਿੱਚ ਬੰਦੇ ਦਾ ਦਿਲ ਲੱਗਣਾ ਮੇਰੇ ਖਿਆਲ ਨਹੀਂ ਹੈਗਾ, ਲੱਗਦਾ ਨਹੀਂ ਗਾ ਕਿਉਂਕਿ ਸਨੋ ਵਗੈਰਾ ਬਹੁਤ ਹੁੰਦੀ ਹੈ ਅਤੇ ਇੱਥੋਂ ਦਾ ਜਿਹੜਾ ਮੌਸਮ ਹੈ ਮੇਰੇ ਖਿਆਲ ਆਪਣੇ ਪੁਰਾਣੇ ਇੰਡੀਆ ਦੇ ਮੌਸਮ ਦੇ ਨਾਲ ਕਾਫੀ ਮੇਲ ਖਾਂਦਾ। ਇਹ ਤਾਂ ਹੈ, ਵੈਦਰ ਇੱਥੇ ਵਧੀਆ ਅਤੇ ਡੈਨਵਰ ਕੋਲੋਰਾਡੋ ਉਹ ਵੀ ਬਹੁਤ ਵਧੀਆ ਸੀਗਾ। ਪਰ ਆਈ ਥਿੰਕ ਜੋ ਮੈਂ ਸੋਚਦਾ ਜੇ ਰੱਬ ਆਪਾਂ ਨੂੰ ਕਿਧਰੋਂ ਲੈ ਕੇ ਜਾਂਦਾ, ਕਿਧਰੇ ਨੂੰ ਆਪਾਂ ਨੂੰ ਫਿਊਚਰ ਦੇ ਲਈ ਟ੍ਰੇਨ ਕਰਦਾ ਜੀ। ਅਤੇ ਜਦੋਂ ਇੱਥੇ ਗਏ ਉੱਥੇ ਜਾ ਕੇ ਬਿਜ਼ਨਸ ਵੀ ਕੀਤਾ, ਜੋਬਾਂ ਵੀ ਕੀਤੀਆਂ ਅਤੇ ਬੇਸਿਕਲੀ ਆਈ ਥਿੰਕ ਉਹ ਸਾਡੇ ਲਈ ਟ੍ਰੇਨਿੰਗ ਸੀਗੀ ਕਿ ਵਾਪਸ ਬਿਜ਼ਨਸ ਇੱਥੇ ਆ ਕੇ ਕਰਨਾ। ਉਹ ਟ੍ਰੇਨਿੰਗ ਲਈ ਉੱਥੇ ਭੇਜਤਾ ਵੀ ਸਿੱਖ ਕੇ ਆਓ ਕੁਛ ਅਤੇ ਇੱਥੇ ਆ ਕੇ ਫਿਰ ਦੁਬਾਰਾ ਕਾਮਯਾਬ ਹੋ। ਬਿਲਕੁਲ। ਅਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਟਰੱਕਿੰਗ ਦਾ ਬਿਜ਼ਨਸ ਰਨ ਕਰ ਰਹੇ ਆ, ਜਿਹੜਾ ਮੇਰੇ ਖਿਆਲ ਤੁਹਾਡਾ ਮੇਨ ਬਿਜ਼ਨਸ ਹੈਗਾ। ਅਤੇ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਜੇ ਆਪਾਂ ਕਹੀਏ ਕਿ ਆਪਾਂ ਲੇਟਲੀ ਹੁਣ ਜੋ ਮਾਹੌਲ ਚੱਲ ਰਿਹਾ ਹੈਗਾ, ਕੋਵਿਡ ਦਾ ਮਾਹੌਲ ਚੱਲ ਰਿਹਾ ਜਾਂ ਜਿੱਦਾਂ ਦਾ ਵੀ ਕੰਮ ਹੋ ਰਿਹਾ ਇਸ ਵੇਲੇ, ਉਹਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਬਿਜ਼ਨਸ ਉੱਤੇ ਕਿੱਦਾਂ ਦਾ ਅਸਰ ਪਿਆ ਹੈਗਾ ਕੋਵਿਡ ਦੇ ਨਾਲ? ਕੋਵਿਡ ਨਾਲ ਜਦੋਂ ਸਟਾਰਟ ਹੋਇਆ ਸੀ ਕੋਵਿਡ, ਉਦੋਂ ਥੋੜ੍ਹਾ ਸਲੋ ਹੋਇਆ ਸੀ, ਪਰ ਉਸ ਤੋਂ ਬਾਅਦ ਹੁਣ ਟਰੱਕਿੰਗ ਤੇ ਆਈ ਥਿੰਕ ਰੀਅਲੀ ਗੁੱਡ, ਵਨ ਆਫ ਦਾ ਬੈਸਟ ਬਿਜ਼ਨਸ ਰਾਈਟ ਨਾਓ। ਟਰੱਕਾਂ ਵਾਲਿਆਂ ਨੂੰ ਫਿਲਹਾਲ ਤਾਂ ਕੋਈ ਪ੍ਰੋਬਲਮ ਹੈ ਨਹੀਂ ਕਿਉਂਕਿ ਇਹਨਾਂ ਨੇ ਜਿਹੜੇ ਰੂਲਸ ਵਗੈਰਾ ਹੈਗੇ ਥੋੜ੍ਹੇ ਲੂਜ਼ ਕਰਤੇ ਟਰੱਕਿੰਗ ਲਈ। ਈ ਲੋਕ ਵਗੈਰਾ ਜਿਹੜੀ ਥੋੜ੍ਹਾ ਜ਼ਿਆਦਾ ਧਿਆਨ ਨਹੀਂ ਦੇ ਰਹੇ ਜੀ, ਅਤੇ ਉਹਦੇ ਕਰਕੇ ਲੋਕ ਉਹਦਾ ਦੋ ਤਰੀਕੇ ਨਾਲ ਫਾਇਦਾ ਉਠਾ ਰਹੇ ਹੈ। ਬਿਲਕੁਲ, ਗੇੜੇ ਜ਼ਿਆਦਾ ਲਾ ਰਹੇ ਅਤੇ ਰੇਟਸ ਵੀ ਵਧੀਆ ਨੇ। ਅਤੇ ਟਰੱਕਿੰਗ ਸੋ ਲਾਈਕ ਰਾਈਟ ਨਾਓ ਅਤੇ ਗੁੱਡ ਆ, ਅੱਗੇ ਫਿਊਚਰ ਪਤਾ ਨਹੀਂ। ਨਹੀਂ, ਬਿਲਕੁਲ। ਟਰੱਕਿੰਗ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਗਵਰਨਮੈਂਟ ਨੇ ਬਹੁਤ ਜਿਹੜੀ ਹੈਲਪ ਵੀ ਕੀਤੀ ਹੈਗੀ, ਗ੍ਰਾਂਟਸ ਵੀ ਬਹੁਤ ਦਿੱਤੀਆਂ, ਲੋਨਸ ਬਹੁਤ ਦਿੱਤੇ ਹੈਗੇ ਆ, ਬੜੇ ਲੋ ਰੇਟ 'ਤੇ ਲੋਨਸ ਹੈਗੇ ਆ। ਪਰ ਜੇ ਆਪਾਂ ਗੱਲ ਕਰੀਏ ਕਿ ਅੱਜ ਦੀ ਤਰੀਕ ਦੇ ਵਿੱਚ ਕਿਹੜੀ ਇੱਕ ਸਮੱਸਿਆ ਆ ਜਿਹੜੀ ਕਿ ਤੁਸੀਂ ਸੋਚਦੇ ਆ ਕਿ ਟਰੱਕਿੰਗ ਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ? ਡੈਫੀਨੇਟਲੀ ਬਿਜ਼ਨਸ ਬਹੁਤ ਵਧੀਆ ਹੈ ਇਸ ਵੇਲੇ, ਡੈਫੀਨੇਟਲੀ ਹਰ ਇੱਕ ਚੀਜ਼ ਵਧੀਆ ਹੈਗੀ ਆ, ਅਤੇ ਇੱਕ ਜਿਹੜਾ ਸਾਰਿਆਂ ਨਾਲੋਂ ਵੱਡਾ ਮਸਲਾ ਇਸ ਵੇਲੇ ਹੈਗਾ ਉਹ ਕਿਹੜਾ ਹੈ? ਸਾਰਿਆਂ ਨਾਲੋਂ ਵੱਡਾ ਮਸਲਾ ਤਾਂ ਇਹ ਜਿਹੜੇ ਲੋਨ ਜ਼ਿਆਦਾ ਮਿਲ ਗਏ, ਨਹੀਂ ਮਿਲਣੇ ਚਾਹੀਦੇ ਸੀ। ਅਤੇ ਕਿਉਂਕਿ ਜਿਹੜੇ ਲੋਕਾਂ ਨੂੰ ਲੋਨ ਮਿਲ ਗਏ ਉਹਨਾਂ ਨੂੰ ਯੂਜ਼ ਕਰਨਾ ਨਹੀਂ ਆਉਂਦਾ ਜੀ। ਉਹ ਸੋਚ ਰਹੇ ਫਰੀ ਦੇ ਪੈਸੇ ਮੋੜਨੇ ਨਹੀਂ ਪੈਣੇ, ਅਤੇ ਉਹਦੇ ਕਰਕੇ ਲੋਕ ਟਰੱਕ ਵਧਾਈ ਜਾ ਰਹੇ ਹੈ, ਟਰੱਕ ਜ਼ਿਆਦਾ ਲੈ ਰਹੇ ਹੈ ਜੀ। ਹਰ ਕੋਈ ਚਾਹੁੰਦਾ, ਲਾਈਕ ਆਪਾਂ ਚਾਹੁੰਦੇ ਅੱਗੇ ਵਧੀਏ, ਪਰ ਆਪਣੀ ਜਿਹੜੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਆਪਾਂ ਬਿਨਾਂ ਸਿੱਖੇ, ਆਪਣੇ ਕੋਲ ਇਨਫੋਰਮੇਸ਼ਨ ਹੁੰਦੀ ਨਹੀਂ ਕੀ ਕਰਨਾ, ਕਿੱਦਾਂ ਬਿਜ਼ਨਸ ਰਨ ਕਰਨਾ, ਆਪਾਂ ਉਹਦੇ 'ਚ ਪੈ ਜਾਂਦੇ ਹਾਂ ਅਤੇ ਗਲਤੀਆਂ ਕਰਕੇ ਫੇਲ ਹੋ ਕੇ ਫਿਰ ਦੁਬਾਰਾ ਸਿੱਖਦੇ ਹਾਂ ਜੀ। ਅਤੇ ਸਭ ਤੋਂ ਵੱਡੀ ਗਲਤੀ ਜਿਹੜੇ ਅੱਜ ਕੱਲ੍ਹ ਕਰਦੇ ਲੋਕ ਬਿਨਾਂ ਇਨਫੋਰਮੇਸ਼ਨ ਤੋਂ ਟਰੱਕ ਲੈ ਲੈਣੇ ਜਾਂ ਡਿਸਪੈਚ ਸ਼ੁਰੂ ਕਰ ਦੇਣੀ, ਕੁਛ ਕਰ ਦੇਣਾ, ਅਤੇ ਉਹਦੀ
ਇਨਫੋਰਮੇਸ਼ਨ ਹੁੰਦੀ ਨਹੀਂ ਆਪਣੇ ਨਹੀਂ ਬਿਲਕੁਲ ਬਿਲਕੁਲ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਹੀ ਚੰਗੀ ਗੱਲ ਹੈਗੀ ਆ ਜਿਹੜੀ ਸਨੀ ਹੁਣਾਂ ਨੇ ਕੀਤੀ ਆ ਕਿ ਜਿਹੜੀ ਇਨਫੋਰਮੇਸ਼ਨ ਜੇ ਪੂਰੀ ਨਾ ਹੋਵੇ, ਜੇ ਤੁਹਾਡੇ ਕੋਲ ਬਿਜ਼ਨਸ ਦਾ ਤਜਰਬਾ ਨਾ ਹੋਵੇ, ਤੁਹਾਨੂੰ ਪੂਰੀ ਪ੍ਰੋਪਰ ਜਾਣਕਾਰੀ ਨਾ ਹੋਵੇ, ਰੂਲ ਐਂਡ ਰੈਗੂਲੇਸ਼ਨ। ਮੇਰੇ ਖਿਆਲ ਸਨੀ ਇੱਕ ਕੰਪਨੀ ਰਨ ਕਰਨ ਵਾਸਤੇ ਮੈਂ ਕਈ ਵਾਰੀ ਦੇਖਦਾ ਹੁੰਦਾ ਜਿਹੜੇ ਆਪਣੇ ਉਹ ਜੇ ਕੈਲਰ ਦੇ ਮੈਨੂਅਲ 'ਚ ਵੀ ਆਉਂਦੇ ਹੁੰਦੇ ਆ ਬਈ ਐਡਾ ਵੱਡਾ ਮੋਟਾ ਸਾਰਾ ਇੱਕ ਮੈਨੂਅਲ ਹੈ ਇੱਕ ਕੰਪਨੀ ਰਨ ਕਰਨ ਨੂੰ, ਅਤੇ ਜੇ ਉਹ ਦੇਖਿਆ ਜਾਵੇ ਵੀ ਆਪਣਾ ਉਸ ਮੈਨੂਅਲ ਦੇ ਹਿਸਾਬ ਦੇ ਨਾਲ ਜੇ ਤੁਸੀਂ ਰਨ ਕਰਨਾ ਆ ਤੇ ਮੇਰੇ ਖਿਆਲ ਨਹੀਂ ਵੀ ਕੋਈ ਵੀ ਬੰਦਾ ਜਿਹੜਾ ਹੈ ਉਹ ਪ੍ਰੋਪਰਲੀ ਕੰਪਨੀ ਰਨ ਕਰ ਰਿਹਾ ਔਰ ਕਰ ਸਕਦਾ ਆ। ਨਹੀਂ ਬਹੁਤ ਔਖਾ, ਕਿਉਂਕਿ ਪ੍ਰੋਪਰ ਰਨ ਕਰਨ ਨੂੰ ਤੁਹਾਨੂੰ ਪਹਿਲਾਂ ਤਾਂ ਸਟਾਫ ਚਾਹੀਦਾ। ਹੁਣ ਆਪਣੇ ਜਿਹੜੀਆਂ 99% ਕੰਪਨੀਆਂ ਇੱਕ ਜਾਂ ਦੋ ਬੰਦੇ ਰਨ ਕਰ ਰਹੇ ਅਤੇ ਉਹ ਐਵਰੀਥਿੰਗ ਆਪੇ ਕਰਦੇ, ਇਨਵੋਇਸਿੰਗ ਤੋਂ ਲੈ ਕੇ ਅਕਾਊਂਟਿੰਗ, ਡਿਸਪੈਚ, ਨਾਈਟ ਡਿਸਪੈਚ, ਸਾਰਾ ਕੁਝ ਇੱਕ ਬੰਦਾ ਕਰੀ ਜਾਂਦਾ। ਉਹ ਸ਼ੋਰਟ ਟਾਈਮ ਲਈ ਤੁਸੀਂ ਕਰ ਸਕਦੇ ਹੋ, ਪਰ ਉਹ ਤੋਂ ਆਪਣਾ ਕੰਮ ਮੈਸਅਪ ਹੋ ਜਾਂਦਾ। ਜੇ ਤੁਸੀਂ ਅੱਜ ਸਟਾਰਟਿੰਗ ਰਾਈਟ ਤਰੀਕੇ ਨਾਲ ਨਹੀਂ ਕੀਤੀ ਅਤੇ ਤੁਸੀਂ ਅੱਗੇ ਨਹੀਂ ਪਹੁੰਚ ਸਕਦੇ ਜ਼ਿਆਦਾ। ਕੁਝ ਦਿਨ ਬਾਅਦ ਆਪਣਾ ਰੂਲਸ ਰੈਗੂਲੇਸ਼ਨਸ, ਆਪਣਾ ਜਿਹੜੀ ਏਜੰਸੀਜ਼ ਹੈਗੀਆਂ ਕੋਈ ਨਾ ਕੋਈ ਆ ਕੇ ਤੁਹਾਨੂੰ ਬੰਦ ਕਰ ਦੇਗਾ ਜੀ। ਅਤੇ ਹੁਣ ਆਪਾਂ ਨੂੰ ਲੱਗਦਾ ਵੀ ਆਪਾਂ ਇਕੱਲੇ ਕਰ ਸਕਦੇ ਹਾਂ, ਪਰ ਉਹ ਬਾਅਦ ਨੂੰ ਨੁਕਸਾਨਦਾਇਕ ਹੁੰਦਾ। ਮਤਲਬ ਕਹਿਣ ਦਾ ਕਿ ਜੇ ਤੁਸੀਂ ਕੰਮ ਕਰਦੇ ਆ, ਬਿਜ਼ਨਸ ਕਰਦੇ ਆ ਅਤੇ ਪ੍ਰੋਪਰ ਜਿਹੜਾ ਉਹਨੂੰ ਢੰਗ ਤਰੀਕੇ ਨਾਲ ਚਲਾਉਣਾ ਔਰ ਉਹਦੀ ਪ੍ਰੋਪਰ ਜਿਹੜੇ ਸਾਰੇ ਡਿਪਾਰਟਮੈਂਟ ਬਣਾਉਣੇ ਔਰ ਸਾਰਾ ਕੁਝ ਜਿਹੜਾ ਆ ਪ੍ਰੋਪਰ ਢੰਗ ਨਾਲ ਕਰਨਾ ਬਹੁਤ ਜ਼ਰੂਰੀ ਹੈ। ਸਨੀ ਡਰਾਈਵਰਸ ਦੀ ਕਮੀ ਕਿੱਦਾਂ ਚੱਲ ਰਹੀ ਹੈ? ਤੁਹਾਡੇ ਡਰਾਈਵਰ ਦੀ ਸ਼ਾਰਟੇਜ ਕਾਫੀ ਸੁਣੀ ਆ ਔਰ ਕਿੱਦਾਂ ਲੱਗਦਾ ਕਿ ਡਰਾਈਵਰ ਸ਼ਾਰਟੇਜ ਹੈਗੀ ਆ ਕਿ ਉੱਦਾਂ ਹੀ ਚੱਲ ਰਿਹਾ ਕੰਮ? ਨਹੀਂ, ਡਰਾਈਵਰ ਦੀ ਸ਼ਾਰਟੇਜ ਹੈਗੀ ਹੈ। ਤਾਂ ਸਭ ਤੋਂ ਵੱਡਾ ਰੀਜ਼ਨ ਤਾਂ ਇਹ ਜਿਹੜੇ ਆਟੋਮੈਟਿਕ ਟਰੱਕ ਆ ਗਏ। ਹੁਣ ਬੰਦੇ ਨੂੰ ਸਿੱਖਣਾ ਪੈਂਦਾ ਨਹੀਂ। ਜਦੋਂ ਅਸੀਂ ਡਰਾਈਵਿੰਗ ਕਰਦੇ ਸੀ 6-6 ਮਹੀਨੇ ਬੰਦੇ ਨੂੰ ਗੇਰ ਲਾਣੇ ਨਹੀਂ ਆਉਂਦੇ ਸੀ। ਬਿਲਕੁਲ, ਮੈਂ ਵੀ ਇੱਦਾਂ ਹੀ ਸਿੱਖੀ ਆ। ਹਾਂ, ਅਤੇ ਉਦੋਂ ਫਿਰ ਸਿੱਖਣ ਵੇਲੇ ਸਾਰਾ ਕੁਝ ਬੈਕ ਕਰਨਾ, ਉਹ ਕਰਨਾ ਔਖਾ ਸੀਗਾ ਅਤੇ ਬੰਦਾ ਟ੍ਰੇਨ ਹੋ ਜਾਂਦਾ ਸੀ। 1 ਸਾਲ 2 ਸਾਲ ਲਾਉਂਦਾ ਸੀ ਟਰੱਕ ਲੈਣ ਨੂੰ। ਹੁਣ ਲਾਇਸੈਂਸ ਲੈ ਕੇ ਪਹਿਲੇ 1 ਜਾਂ 2 ਮਹੀਨੇ ਲਾ ਕੇ ਬੰਦਾ ਟਰੱਕ ਲੈਂਦਾ। ਉੱਥੋਂ ਜਿਹੜੇ ਲੋਨਸ ਹੈਗੇ ਨਹੀਂ ਈਜ਼ੀ ਕਰਤੇ, ਕੋਈ ਵੀ ਆ ਕੇ ਟਰੱਕ ਲੈ ਲਵੇ। ਅਤੇ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੁੰਦੀ, ਉਹਦੇ ਕਰਕੇ ਆਪਣੇ ਜਿਹੜੇ ਐਕਸੀਡੈਂਟਸ ਹੈ ਉਹ ਜ਼ਿਆਦਾ ਹੋ ਰਿਹਾ ਹੈ। ਇੰਸ਼ੋਰੈਂਸ ਉੱਤੇ ਜਾ ਰਹੀ ਹੈ ਬਹੁਤ ਜ਼ਿਆਦਾ। ਜਦੋਂ ਅਸੀਂ ਟਰੱਕ ਚਲਾਉਂਦੇ ਸੀ $600-700 ਇੰਸ਼ੋਰੈਂਸ ਹੁੰਦੀ ਸੀ, ਹੁਣ $2500, $3000, $3500 ਤੱਕ ਇੰਸ਼ੋਰੈਂਸ ਦਿੰਦੇ ਆ। ਚਲੀ ਗਈ ਬਿਲਕੁਲ। ਇਹ ਤਾਂ ਡੈਫੀਨੇਟਲੀ ਜਿਹੜਾ ਬਿਜ਼ਨਸ ਦੇ ਵਿੱਚ ਹੈਗਾ ਕਿ ਬਹੁਤ ਟਰੱਕਿੰਗ ਦੇ ਵਿੱਚ ਬਿਜ਼ਨਸ ਜਿੰਨਾ ਥਰਾਈਵ ਕਰ ਰਿਹਾ, ਜਿੰਨਾ ਇਹ ਵੱਧ ਰਿਹਾ, ਉਹਦੇ ਹਿਸਾਬ ਦੇ ਨਾਲ ਮੇਰੇ ਖਿਆਲ ਇਹਦੇ ਐਕਸਪੈਂਸਿਸ ਜਿਹੜੇ ਆ ਉਹ ਬਹੁਤ ਹੀ ਤੇਜ਼ੀ ਦੇ ਨਾਲ ਵੱਧ ਰਹੇ ਆ। ਬਹੁਤ ਹੀ ਤੇਜ਼ੀ ਦੇ ਨਾਲ ਜਿਹੜੇ ਮਤਲਬ ਕਿ ਟਰੱਕਾਂ ਦੇ ਰੇਟਸ ਦੇਖ ਲਓ, ਟ੍ਰੇਲਰਾਂ ਦੇ ਰੇਟਸ ਦੇਖ ਲਓ। ਜੇ ਲੋਡ ਦਾ ਰੇਟ ਮੇਰੇ ਖਿਆਲ ਪ੍ਰਪੋਰਸ਼ਨਲੀ ਓਨਾ ਨਹੀਂ ਵਧਿਆ ਹੈਗਾ ਜਿੰਨਾ ਕਿ ਚੀਜ਼ਾਂ ਦੇ ਜਿਹੜੇ ਐਕਸਪੈਂਸ ਜਿਹੜੇ ਵਧ ਗਿਆ। ਅਤੇ ਸਨੀ ਇਹਦੇ ਨਾਲ ਨਾਲ ਹੋਰ ਕਿਹੜਾ ਕੰਮ ਹੈਗਾ ਜਿਹੜਾ ਕਿ ਤੁਸੀਂ ਟਰੱਕਿੰਗ ਤੇ ਚਲੋ ਹੋ ਗਿਆ ਤੁਹਾਡਾ ਮੇਨ ਆ, ਪੈਟ ਬਿਜ਼ਨਸ ਆ, ਹੈ ਨਾ, ਅਤੇ ਇਹਦੇ ਨਾਲ ਨਾਲ ਹੋਰ ਕਿਹੜਾ ਸ਼ੌਂਕ ਰੱਖਦੇ ਜਾਂ ਹੋਰ ਕਿਹੜਾ ਬਿਜ਼ਨਸ ਆ ਜਿਹੜਾ ਕਿ ਤੁਸੀਂ ਰਨ ਕਰਦੇ ਆ? ਟਰੱਕਿੰਗ ਤੋਂ ਇਲਾਵਾ ਥੋੜ੍ਹੀ ਜਿਹੀ ਫਾਰਮਿੰਗ ਕਰਦੇ ਹਾਂ ਜੀ, ਥੋੜ੍ਹਾ ਜਿਹਾ ਰੀਅਲ ਇਸਟੇਟ ਵੀ ਕਰ ਲੈਂਦੇ ਹਾਂ। ਬਾਕੀ ਇੱਕ ਕੰਪਨੀ ਜੁਆਇਨ ਕੀਤੀ ਵਰਲਡ ਫਾਈਨੈਂਸ਼ੀਅਲ ਗਰੁੱਪ, ਉਹਦੇ ਨਾਲ ਜੁੜ ਕੇ ਉਹ ਤੋਂ ਲਾਈਕ ਉਹ ਬੇਸਿਕਲੀ ਤੁਹਾਨੂੰ ਐਜੂਕੇਟ ਕਰਦੇ ਆ ਜੀ, ਫਾਈਨੈਂਸ਼ੀਅਲ ਐਜੂਕੇਸ਼ਨ ਦਿੰਦੇ। ਆਪਣੇ ਬੰਦਿਆਂ ਕੋਲ ਪੈਸੇ ਹੈਗੇ ਆ ਜੀ, ਸਹੀ ਥਾਂ 'ਤੇ ਲਾਉਂਦੇ ਨਹੀਂ ਜੀ। ਅਤੇ ਹੁਣ ਆਪਣਾ ਜਿਹੜਾ ਜੇ ਆਪਾਂ ਟਰੱਕਿੰਗ ਦਾ ਹੀ ਲਾਈਏ, ਅੱਜ ਤੁਸੀਂ ਠੀਕ ਹੋ, ਅੱਜ ਸਭ ਕੁਝ ਸਹੀ ਚੱਲਦਾ, ਜੇ ਕੱਲ੍ਹ ਨੂੰ ਤੁਹਾਨੂੰ ਕੁਛ ਹੋ ਗਿਆ, ਜਿਹੜਾ ਇੱਕ ਹੀ ਬੰਦਾ ਟਰੱਕ ਚਲਾਉਂਦਾ ਉਹਨੂੰ ਹੀ ਕੁਛ ਹੋ ਗਿਆ, ਫੈਮਿਲੀ ਦਾ ਕੀ ਬਣੂਗਾ? ਅਤੇ ਉਹਦੇ ਲਈ ਅਸੀਂ ਐਜੂਕੇਟ ਕਰਦੇ ਹਾਂ। ਨੋ ਡੈਫੀਨੇਟ। ਅਤੇ ਜਿਹੜਾ ਇੱਕ ਹੋਰ ਇੰਟਰਸਟਿੰਗ ਹੈਗਾ ਜਿਹੜਾ ਫਾਰਮਿੰਗ ਦਾ ਹੈ, ਹਾਂਜੀ, ਕਿ ਕਿਵੇਂ ਉਹਦਾ ਮਤਲਬ ਕਿ ਸ਼ੌਂਕ ਪਿਆ ਕਿ ਫਾਰਮਿੰਗ ਜਿਹੜੀ ਕਰਨੀ ਜ਼ਰੂਰੀ? ਕਿਉਂਕਿ ਆਪਣੇ ਪਤਾ ਆ ਵੀ ਆਪਣੇ ਪੰਜਾਬੀਆਂ ਦੇ ਵਿੱਚ ਇਹ ਇੱਕ ਦੋ ਚੀਜ਼ਾਂ ਜਿਹੜੀਆਂ ਟਰੱਕਿੰਗ ਅਤੇ ਫਾਰਮਿੰਗ ਜਿਹੜੀ ਹੈ ਬਿਲਕੁਲ ਜਿੱਦਾਂ ਕਿ ਖੂਨ ਦੇ ਵਿੱਚ ਰਚੀ ਮਿਚੀ ਆ। ਸੋ ਫਾਰਮਿੰਗ ਦਾ ਫਿਰ ਕਿੱਦਾਂ ਧਿਆਨ ਆ ਗਿਆ? ਫਾਰਮਿੰਗ ਦਾ ਇੱਕ ਤਾਂ ਜਦੋਂ ਅਸੀਂ ਇੱਥੇ ਆਏ ਸੀ 96 ਦੇ, ਜਦੋਂ ਸਾਡੇ ਕੋਲ ਫਾਰਮ ਹੁੰਦਾ ਸੀਗਾ ਜੋ ਅਸੀਂ ਲੂਜ਼ ਕਰਤਾ ਸੀਗਾ, ਅਤੇ ਪਿੱਛੋਂ ਫਾਰਮਿੰਗ ਕਰਦੇ ਹਾਂ ਇੰਡੀਆ ਤੋਂ। ਅਤੇ ਬਸ ਉੱਦਾਂ ਹੀ ਮੇਰੇ ਡੈਡੀ ਨੂੰ ਬੜਾ ਸ਼ੌਕ ਸੀ ਵੀ ਖੇਤ ਜ਼ਰੂਰ ਚਾਹੀਦੇ ਆ, ਅਤੇ ਫਿਰ ਮੇਰੇ ਭਰਾ ਨੂੰ ਵੱਡੇ ਨੂੰ ਜੱਸੀ ਨੂੰ, ਉਹਨੂੰ ਬੜਾ ਵੀ ਖੇਤ ਚਾਹੀਦੇ ਆ ਜੀ। ਅਤੇ ਬਸ ਉੱਦਾਂ ਹੀ ਪੰਗਾ ਜਿਹਾ ਲੈ ਲਿਆ। ਅਸੀਂ ਖੇਤੀ ਉੱਦਾਂ ਨਹੀਂ ਕਰਦੇ, ਲਾਈਕ ਮੈਨੇਜਰ ਰੱਖਿਆ। ਅਸੀਂ ਕਦੇ ਕਦੇ ਘੁੰਮਣ ਫਿਰਨ ਜਾਂਦੇ ਹਾਂ, ਪਰ ਬਸ ਤਾਂ ਕਰਕੇ ਵੀ ਕਿਉਂਕਿ ਕਿਸਾਨ ਸੀ ਇੰਡੀਆ ਵੀ, ਅਤੇ ਇੱਥੇ ਵੀ ਕਿਸਾਨ ਹੈ, ਮਿੱਟੀ ਨਾਲ ਜੁੜੇ ਹਾਂ, ਅਤੇ ਚੰਗਾ ਲੱਗਦਾ। ਅਤੇ ਪਿੱਛੋਂ ਇੰਡੀਆ ਤੋਂ ਕਿਹੜਾ ਇਲਾਕਾ ਆ? ਸਾਡਾ ਜੀ ਗਾਜ਼ੀਆਬਾਦ ਯੂਪੀ ਦਾ। ਸੋ ਬਿਲਕੁਲ ਮੇਰੇ ਖਿਆਲ ਸਾਰਿਆਂ ਨੂੰ ਇਹ ਬਿਲਕੁਲ ਪਤਾ ਹੋਊਗਾ ਕਿ ਆਪਣੇ ਯੂਪੀ ਏਰੀਏ ਦੇ ਵਿੱਚ ਆਪਣੇ ਬਹੁਤ ਜਿਹੜੇ ਪੰਜਾਬੀ ਹੈਗੇ ਆ ਉੱਥੇ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਖਰੀਦੀਆਂ ਹੋਈਆਂ, ਬਹੁਤ ਜਿਹੜੀ ਉੱਥੇ ਖੇਤੀਬਾੜੀ ਕਰਦੇ ਆ। ਔਰ ਇਹ ਦੇਖੋ ਕਿ ਇੱਕ ਕਿੱਡੀ ਵੱਡੀ ਗੱਲ ਹੈ ਕਿ ਉਸ ਇਲਾਕੇ 'ਚੋਂ ਉੱਥੋਂ ਵੀ ਖੇਤੀ ਕਰਕੇ ਇੱਥੇ ਆਣ ਕੇ ਇੱਕ ਸ਼ੌਂਕ ਆ, ਜਿਸ ਸ਼ੌਂਕ ਨੂੰ ਪੂਰਾ ਕਰਨ ਵਾਸਤੇ ਚਾਹੇ ਟਰੱਕਿੰਗ ਮੇਨ ਕਿੱਤਾ ਹੈਗਾ, ਹੋਰ ਕਈ ਕਿੱਤੇ ਹੈਗੇ ਆ, ਪਰ ਜਿਹੜਾ ਖੇਤੀ ਆ ਉਹਦਾ ਜਿਹੜਾ ਆ ਉਹ ਪਿਆਰ ਜਿਹੜਾ ਆ ਉਹ ਨਹੀਂ ਦਿਲੋਂ ਜਾਂਦਾ। ਚਾਹੇ ਸਨੀ ਖੇਤੀ ਟਰੈਕਟਰ ਤਾਂ ਚਲਾਉਂਦੇ ਹੋਣਾ, ਪਰ ਜ਼ਿਆਦਾ ਜਿਹੜੀ ਆ ਉਹ ਕਹਿੰਦਾ ਵੀ ਨਹੀਂ ਕਰਦੇ, ਪਰ ਫਿਰ ਵੀ ਜਿਹੜਾ ਸ਼ੌਂਕ ਆ ਉਹਦਾ ਕੋਈ ਮੁੱਲ ਨਹੀਂ ਗਾ।
ਸੋ ਮੇਰੇ ਖਿਆਲ ਦੇ ਵਿੱਚ ਹੋਰ ਸਨੀ ਇਸ ਵੇਲੇ ਕੀ ਤੁਸੀਂ ਕਹੋਗੇ ਕਿ ਜਿਹੜਾ ਇੱਕ ਕੋਈ ਨਵਾਂ ਇੰਡੀਆ ਤੋਂ ਆ ਰਿਹਾ ਹੈਗਾ, ਕੋਈ ਵੀ ਆਪਣਾ ਜਿਹੜਾ ਮਾਈਗ੍ਰੇਟ ਕਰਕੇ ਆਉਂਦਾ ਹੈ, ਨਵਾਂ ਬੰਦਾ ਆਉਂਦਾ ਹੈ, ਉਹਦੇ ਵਾਸਤੇ ਐਜ਼ ਅ ਬਿਜ਼ਨਸ ਪਰਸਨ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੁੰਦੇ ਆ ਜਾਂ ਕੀ ਉਹਨੂੰ ਕਹਿਣਾ ਚਾਹੁੰਦੇ ਕਿ ਕੀ ਉਹਨੂੰ ਕਰਨਾ ਚਾਹੀਦਾ ਆ, ਚਾਹੇ ਉਹ ਟਰੱਕਿੰਗ ਆ, ਚਾਹੇ ਉਹ ਸਟੋਰਸ ਆ, ਪਰ ਜਿਹੜੇ ਨਵੇਂ ਆਉਂਦੇ ਆ ਉਹਨਾਂ ਦੇ ਲਈ ਖਾਸ ਕਰਕੇ ਚਲੋ ਆਪਾਂ ਟਰੱਕਿੰਗ ਦੀ ਗੱਲ ਕਰ ਲੈਂਦੇ ਆ, ਟਰੱਕਿੰਗ ਦੇ ਲਈ ਉਹਨਾਂ ਨੂੰ ਮਤਲਬ ਕਿ ਕਿੱਦਾਂ ਦੀ ਤੁਹਾਡੀ ਜਿਹੜੀ ਆ ਸੋਚ ਹੈ, ਕਿੱਦਾਂ ਦੇ ਉਹਨਾਂ ਨੂੰ ਵਿਚਾਰ ਦੇਣਾ ਚਾਹੁੰਦੇ ਜੀ? ਪਹਿਲੇ ਤਾਂ ਜਿਹੜੇ ਬੰਦੇ ਆਉਂਦੇ ਆ ਇੱਥੇ ਨਵੇਂ, ਉਹ ਪੁਰਾਣੇ ਨੂੰ ਦੇਖ ਕੇ ਉਹਨਾਂ ਨੂੰ ਇੱਦਾਂ ਲੱਗਦਾ ਵੀ ਜਿੱਥੇ ਪਹੁੰਚੇ ਆਪਾਂ ਨੂੰ ਹੁਣ ਉੱਥੇ 15 20 25 30 50 ਸਾਲ ਹੋ ਗਏ, ਅਤੇ ਜਿੱਥੇ ਆਪਾਂ ਪਹੁੰਚੇ ਹਾਂ ਉਹ ਸਾਰਾ ਟਾਈਮ ਦਾ ਉਹ ਹਿਸਾਬ ਕਿਤਾਬ ਨਹੀਂ ਲਾਉਂਦੇ ਫਾਸਟ ਫਾਰਵਰਡ ਕਰ ਦਿੰਦੇ ਆ। ਉਹ ਸੋਚਦੇ ਵੀ ਜਿੱਥੇ ਅੱਜ ਹੈ ਅਸੀਂ ਕੱਲ੍ਹ ਨੂੰ ਇੱਥੇ ਪਹੁੰਚ ਜਾਈਏ। ਹਾਂ, ਅਤੇ ਉਹਦੇ ਕਰਕੇ ਬਹੁਤ ਸਾਰੀਆਂ ਗਲਤੀਆਂ ਵੀ ਕਰਦੇ ਆ। ਹੁਣ ਜਿਹੜੇ ਜੇ ਆਪਾਂ ਕਿਸੇ ਟਰੱਕ ਡਰਾਈਵਰ ਨੂੰ ਕਹੀਏ ਵੀ ਅਜੇ ਟਰੱਕ ਨਾ ਲੈ, ਕਈ ਵਾਰੀ ਪੁੱਛਦੇ ਭਾਜੀ ਟਰੱਕ ਲੈ ਲਈਏ, ਮੈਂ ਕਿਹਾ ਹੁਣੇ ਨਾ ਲਓ, ਹੁਣੇ ਟਾਈਮ ਸਹੀ ਨਹੀਂ ਹੈ। ਅਤੇ ਆਪਣੇ ਅੱਗੇ ਤਾਂ ਕਹਿ ਦੇਣਗੇ ਠੀਕ ਹੈ, ਬਾਹਰ ਜਾ ਕੇ ਉਹਨਾਂ ਨੇ ਟਰੱਕ ਲੈ ਲੈਣਾ, ਅਤੇ ਉਹ ਸੋਚਦੇ ਆਪੇ ਤੇ ਟਰੱਕ ਚਲਾਈ ਜਾਂਦੇ, ਨਵੇਂ ਲਈ ਜਾਂਦੇ ਰੋਜ਼ ਰੋਜ਼, ਸਾਨੂੰ ਮਨਾ ਕਰਦੇ ਆ। ਬਿਲਕੁਲ। ਅਤੇ ਉਹਦਾ ਰੀਜ਼ਨ ਇਹ ਨਹੀਂ ਹੁੰਦਾ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਨਾ ਅੱਗੇ ਵਧੋ, ਸਾਰਿਆਂ ਨੇ ਵਧਣਾ, ਆਪਾਂ ਸਾਰੇ ਸੋਚਦੇ ਦੂਰ ਦਾ ਵੀ ਦੂਰ ਤੱਕ ਅੱਗੇ ਵਧੀਏ, ਬਿਜ਼ਨਸ ਵਧਾਈਏ, ਸਾਰਾ ਕੁਛ। ਉਹਦੇ ਲਈ ਮਨਾ ਕਰਨ ਦਾ ਰੀਜ਼ਨ ਇਹ ਕਿ ਸਾਨੂੰ ਇੰਨੇ ਸਾਲ ਟਰੱਕਿੰਗ 'ਚ ਹੋ ਗਏ, ਸਾਨੂੰ ਪਤਾ ਟਾਈਮਿੰਗ ਕਿਹੜੀ ਸਹੀ ਹੈ। ਕੰਪਨੀਆਂ ਵਾਲਿਆਂ ਨੂੰ ਸਾਨੂੰ 50 ਰੀਜ਼ਨ ਹੁੰਦੇ ਟਰੱਕ ਲੈਣ ਦੇ, ਡਿਪਰੀਸ਼ੀਏਸ਼ਨ ਲੈਣਾ, ਉਹ ਟੈਕਸ ਟੁਕਸ ਦੇ ਰੀਜ਼ਨ ਕਰਕੇ ਲੈਣੇ ਪੈਂਦੇ ਆ, ਕਸਟਮਰ ਹੈਪੀ ਕਰਨ ਨੂੰ ਲੈਣੇ ਪੈਂਦੇ ਆ। ਪਰ ਆਪਾਂ ਨੂੰ ਪਤਾ ਹੁੰਦਾ ਕਿ ਟਾਈਮਿੰਗ ਕਿਹੜੀ ਸਹੀ ਹੈ। ਜੇ ਨਵੇਂ ਬੰਦੇ ਨੇ ਸਟਾਰਟ ਕਰਨਾ, ਆਈ ਥਿੰਕ ਮਾਰਚ ਅਪ੍ਰੈਲ ਬੈਸਟ ਹੁੰਦਾ ਉਹਨਾਂ ਦੇ ਲਈ ਸਟਾਰਟ ਕਰਨ ਨੂੰ। ਕੋਈ ਵੀ ਬੰਦਾ ਅਕਤੂਬਰ ਨਵੰਬਰ ਦਸੰਬਰ 'ਚ ਟਰੱਕ ਲਏਗਾ, ਉਹਨੇ ਮਾਰਚ ਅਪ੍ਰੈਲ ਤੱਕ ਖਰਾਬ ਹੋ ਜਾਣਾ, ਅਤੇ ਉਹਨੂੰ ਹਮੇਸ਼ਾ ਹੋ ਸਕਦਾ ਨਫ਼ਰਤ ਹੀ ਹੋ ਜਾਏ ਟਰੱਕਿੰਗ ਤੋਂ ਵੀ, ਇਹਨੇ ਬਰਬਾਦ ਕਰਤਾ। ਪਰ ਜੇ ਕੋਈ ਨਇਆ ਬੰਦਾ ਸਟਾਰਟ ਕਰਦਾ ਟਰੱਕਿੰਗ ਦੇ ਵਿੱਚ, ਆਈ ਥਿੰਕ ਮਾਰਚ ਅਪ੍ਰੈਲ ਰੀਅਲੀ ਗੁੱਡ ਹੁੰਦਾ। ਬਾਕੀ ਪ੍ਰੋਪਰ ਇਨਫੋਰਮੇਸ਼ਨ ਲੈ ਕੇ, ਸਿਰਫ ਦੇਖ ਕੇ ਨਹੀਂ ਵੀ ਇਹ ਬੰਦੇ ਨੇ ਇੱਕ ਟਰੱਕ ਲਿਆ ਅਤੇ ਨਵੀਂ ਗੱਡੀ ਲੈ ਲਈ, ਨਵਾਂ ਘਰ ਲੈ ਲਿਆ, ਹਰ ਕੰਮ ਹਰ ਕਿਸੇ ਲਈ ਨਹੀਂ ਬਣਿਆ ਜੀ। ਜੇ ਇੱਦਾਂ ਹੁੰਦਾ ਤਾਂ ਹਰ ਕੋਈ ਟਰੱਕਿੰਗ 'ਚ ਹੀ ਹੁੰਦਾ, ਜਾਂ ਹਰ ਕੋਈ ਡਾਕਟਰ ਹੀ ਹੁੰਦਾ। ਸਾਰਿਆਂ ਦੇ ਵਿੱਚ ਰੱਬ ਨੇ ਜਿਹੜੀ ਅਲੱਗ-ਅਲੱਗ ਖੂਬੀ ਦਿੱਤੀ ਹੈ, ਅਤੇ ਆਪਣਾ ਦੇਖ ਕੇ ਵੀ ਤੁਸੀਂ ਕੀ ਕਰ ਸਕਦੇ ਹੋ ਉਸ ਹਿਸਾਬ ਨਾਲ ਕੰਮ ਕਰੋ ਜੀ। ਅਤੇ ਬਿਲਕੁਲ ਜਿਵੇਂ ਕਿ ਸਨੀ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਆਏ ਆ, ਨਵੇਂ ਆਏ ਆ, ਉਹਨਾਂ ਦੇ ਲਈ ਡੈਫੀਨੇਟਲੀ ਅਸੀਂ ਵੀ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ ਨੈਪਟਾ, ਉਹਦੇ ਵਿੱਚੋਂ ਵੀ ਅਸੀਂ ਹਮੇਸ਼ਾ ਇਹੋ ਹੀ ਸਲਾਹ ਦਿੰਦੇ ਹਾਂ ਕਿ ਘੱਟ ਤੋਂ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣ ਤੋਂ ਬਾਅਦ ਹੀ ਟਰੱਕ ਲਓ, ਕਿਉਂਕਿ 2 ਸਾਲ ਦਾ ਐਕਸਪੀਰੀਅੰਸ ਜਿਹੜਾ ਆ ਉਹਦਾ ਮਤਲਬ ਇਹ ਨਹੀਂ ਗਾ ਕਿ 2 ਸਾਲ ਦਾ ਐਕਸਪੀਰੀਅੰਸ ਹੈ। ਤੁਹਾਡੀ ਇੰਸ਼ੋਰੈਂਸ ਜਿਹੜੀ ਆ, ਮੋਸਟ ਇੰਸ਼ੋਰੈਂਸ ਜਿਹੜੀਆਂ ਅੱਜ ਕੱਲ੍ਹ ਹੈਗੀਆਂ, ਉਹ 2 ਸਾਲ ਤੋਂ ਪਹਿਲਾਂ ਤੁਹਾਡਾ ਲਾਇਸੈਂਸ ਜਿਹੜਾ ਆ ਉਹ ਐਕਸੈਪਟ ਹੀ ਨਹੀਂ ਕਰਦੀਆਂ। ਜੇ ਐਕਸੈਪਟ ਕਰਦੀਆਂ ਤਾਂ ਰੇਟ ਬਹੁਤ ਜ਼ਿਆਦਾ ਹਾਈ ਹੁੰਦੇ ਆ, ਤੁਹਾਡਾ ਸਕਸੈਸ ਰੇਟ ਜਿਹੜਾ ਉਹ ਬਹੁਤ ਘੱਟ ਜਾਂਦਾ, ਤੁਸੀਂ ਸਕਸੈਸਫੁਲ ਹੋਣ ਦੇ ਚਾਂਸਿਸ ਬਹੁਤ ਘੱਟ ਜਾਂਦੇ ਆ। ਸੋ ਇਹ ਜਿਹੜੀ ਗੱਲ ਹੈਗੀ ਆ ਕਿ ਕੋਈ ਕਿਸੇ ਦਾ ਬੁਰਾ ਨਹੀਂ ਚਾਹੁੰਦਾ, ਜਾਂ ਕੋਈ ਕਿਸੇ ਨੂੰ ਇਹ ਨਹੀਂ ਚਾਹੁੰਦਾ ਵੀ ਤੂੰ ਤਰੱਕੀ ਨਾ ਕਰੋ ਤੁਸੀਂ, ਪਰ ਰੌਲਾ ਇਹ ਆ ਕਿ ਜੇ ਤਰੱਕੀ ਕਰਨੀ ਆ, ਜੇ ਤੁਸੀਂ ਕੁਝ ਕੰਮ ਸਟਾਰਟ ਕਰਨਾ ਆ, ਤੇ ਉਹਦਾ ਸਕਸੈਸ ਰੇਟ ਵੀ ਹੋਣਾ ਜ਼ਰੂਰੀ ਆ। ਸੋ ਮੇਰੇ ਖਿਆਲ ਸਨੀ ਬੜੀ ਵਧੀਆ ਗੱਲ ਹੈਗੀ ਆ ਕਿ ਆਪਣੀ ਜਿਹੜੀ ਵੈਲੀ ਆ, ਇੱਥੇ ਵੈਲੀ ਦੇ ਵਿੱਚ ਉਹ ਸਾਰੇ ਬਿਜ਼ਨਸਿਸ ਜਿਨ੍ਹਾਂ ਨੂੰ ਕਿ ਆਪਣੇ ਪੰਜਾਬੀ ਪਿਆਰ ਕਰਦੇ, ਸ਼ਾਇਦ ਇਸੇ ਕਰਕੇ ਵੈਲੀ ਦੇ ਵਿੱਚ ਜ਼ਿਆਦਾ ਝੁਕਾਅ ਪੰਜਾਬੀਆਂ ਦਾ ਇੱਥੇ ਹੋ ਗਿਆ। ਅਤੇ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਵਧੀਆ ਜਿਹੜਾ ਚੀਜ਼ ਹੈਗੀ ਆ ਕਿ ਇੱਥੇ ਵੈਲੀ ਦੇ ਵਿੱਚ ਸਾਰਾ ਕੁਝ ਜਿਹੜਾ ਆ ਉਹ ਉੱਦਾਂ ਹੀ ਜਿੱਦਾਂ ਆਪਾਂ ਨੂੰ ਆਪਣੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਯੂਪੀ ਜਿੱਦਾਂ ਦਾ ਮਾਹੌਲ ਸੀਗਾ, ਉੱਦਾਂ ਦਾ ਮਾਹੌਲ ਬਣਦਾ ਜਾ ਰਿਹਾ। ਕਾਫੀ ਆਪਣੇ ਪੰਜਾਬੀ ਜਿਹੜੇ ਇੱਥੇ ਇਕੱਠੇ ਹੁੰਦੇ ਜਾ ਰਹੇ ਆ। ਅਤੇ ਇੱਕ ਜਿਹੜਾ ਹੁਣ ਮੇਰਾ ਲਾਸਟ ਹੋਊਗਾ ਕਿ ਤੁਸੀਂ ਡੈਫੀਨੇਟਲੀ ਤੁਸੀਂ ਆਪਣਾ ਸੈਂਸਸ ਦੇ ਵਿੱਚ ਤਾਂ ਹਿੱਸਾ ਲੈ ਲਿਆ ਹੁਣ, ਅਤੇ ਵੋਟਾਂ ਦੇ ਵਿੱਚ ਵੀ ਤੁਸੀਂ ਹਿੱਸਾ ਲੈ ਰਹੇ ਆ। ਸੋ ਕੋਸ਼ਿਸ਼ ਇਹੋ ਹੀ ਆ ਕਿ ਸਾਰਿਆਂ ਨੂੰ ਅਗਾਹ ਕਰਨ ਦੀ ਕਿ ਵੋਟਾਂ ਜਿਹੜੀਆਂ ਆ ਰਹੀਆਂ ਉਹਨਾਂ ਦੇ ਵਿੱਚ ਹਿੱਸਾ ਲਓ, ਜਿਹੜਾ ਲੋਕਲ ਪ੍ਰੋਸੈਸ ਹੈਗਾ ਉਹਦੇ ਵਿੱਚ ਹਿੱਸਾ ਲਓ। ਤੁਸੀਂ ਇਹਦੇ ਬਾਰੇ 'ਚ ਕੀ ਕਹੋਗੇ? ਪਹਿਲੀ ਗੱਲ ਤਾਂ ਜਿਹੜੇ ਪੋਲੀਟੀਸ਼ੀਅਨ ਹੁੰਦੇ ਆਪਾਂ ਨੂੰ ਸਭ ਤੋਂ ਜ਼ਿਆਦਾ ਪਾਗਲ ਬਣਾਉਂਦੇ ਆ, ਫਰੀ ਗੱਲਾਂ ਕਰਕੇ ਵੀ ਇਹ ਫਰੀ ਦੇਵਾਂਗੇ, ਉਹ ਫਰੀ ਦੇਵਾਂਗੇ। ਫਰੀ ਕੁਛ ਨਹੀਂ ਹੁੰਦਾ ਲਾਈਫ ਦੇ ਵਿੱਚ। ਅਤੇ ਜੇ ਆਪਾਂ ਫਰੀ ਦੇ ਚੱਕਰ 'ਚ ਆ ਕੇ ਕੁਛ ਗਲਤ ਬੰਦਿਆਂ ਨੂੰ ਚੂਜ਼ ਕਰ ਲੈਂਦੇ ਹਾਂ, ਅੱਜ ਸਹੀ ਹੈ ਕੱਲ੍ਹ ਨੂੰ ਸਹੀ ਹੋ ਸਕਦੇ, ਪਰ ਉਹਨਾਂ ਨੇ ਫਿਊਚਰ ਖ਼ਰਾਬ ਕਰਨਾ ਸਾਰਿਆਂ ਦਾ ਜੀ। ਰੱਬ ਨੇ ਆਪਾਂ ਨੂੰ ਸਾਰਿਆਂ ਨੂੰ ਹੱਥ ਪੈਰ ਦਿੱਤੇ ਆ, ਕਮਾ ਕੇ ਖਾਓ, ਮਿਹਨਤ ਕਰਕੇ ਖਾਓ। ਅਤੇ ਜਿਹੜੇ ਬੰਦੇ ਸਹੀ ਹੁੰਦੇ ਆ ਉਹ ਤੁਹਾਨੂੰ ਫਰੀ ਨਹੀਂ ਕਹਿੰਦੇ, ਉਹ ਕਹਿੰਦੇ ਕਮਾਓ, ਅਸੀਂ ਤੁਹਾਨੂੰ ਉਹਦਾ ਰੀਇੰਬਰਸ ਕਰਾਂਗੇ ਜੀ, ਅਤੇ ਮਿਹਨਤ ਕਰਕੇ। ਅਤੇ ਜਿਹੜੇ ਪੋਲੀਟੀਸ਼ੀਅਨ ਹੈ, ਜਿਹੜੇ ਵੀ ਹੁਣ ਫਰੀ ਵਾਲੇ ਹੈ, ਮੈਂ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹਾਂ ਵੀ। ਸੋ ਚੂਜ਼ ਵਾਈਜ਼ਲੀ। ਜਿਹੜੇ ਤੁਹਾਨੂੰ ਲੱਗਦੇ ਕਿ ਹੁਣ ਜਿਹੜੇ ਜਿੱਦਾਂ ਹੁਣ ਜੇ ਟਰੰਪ ਦੀ ਗੱਲ ਕਰੀਏ, ਬਿਜ਼ਨਸਮੈਨ ਬੰਦਾ, ਉਹਨੂੰ ਪਤਾ ਜਿਹੜਾ ਕੋਈ ਆ ਕੇ ਤੁਹਾਨੂੰ ਫਰੀ ਦੇ 'ਚ ਕੁਛ ਦੇ ਰਿਹਾ, 2-4 ਦਿਨ ਤੁਹਾਨੂੰ ਚੰਗਾ ਲੱਗੂਗਾ, ਬਾਅਦ ਨੂੰ ਤੁਸੀਂ ਸਟਕ ਹੋ ਕੇ ਉੱਥੇ ਹੀ ਹੋ ਸਕਦਾ ਹੋਮਲੈਸ। ਮੈਂ ਪਹਿਲੇ ਇੱਥੇ ਹੋਮਲੈਸ ਬੰਦੇ ਨਹੀਂ ਦੇਖੇ ਸੀ ਜਿਹੜੇ ਦੇਸੀ ਹੋਣ, ਅੱਜ ਕੱਲ੍ਹ ਆਪਣੇ ਪੰਜਾਬੀ ਵੀ ਹੋਮਲੈਸ ਹੋ ਕੇ ਘੁੰਮ ਰਹੇ। ਬਿਲਕੁਲ। ਸੋ ਡੈਫੀਨੇਟਲੀ ਆਪਣੇ ਵੋਟ ਦਾ ਜਿਹੜੀ ਵੋਟ ਦਾ ਇਸਤੇਮਾਲ ਹੈ ਬੜਾ ਵਾਈਜ਼ਲੀ ਕਰੋ, ਸੋਚ ਸਮਝ ਕੇ ਵੋਟ ਪਾਓ। ਕੋਈ ਵੀ ਪ੍ਰੈਪੋਜੀਸ਼ਨ ਹੈਗੀ ਆ, ਕੁਛ ਵੀ ਹੈਗਾ, ਬੜੀ ਸੋਚ ਸਮਝ ਕੇ ਗੱਲ ਕਰੋ, ਸੋਚ ਸਮਝ ਕੇ ਵੋਟ ਪਾਓ। ਅਤੇ
ਜਾਂਦੇ ਜਾਂਦੇ ਇੱਕ ਜ਼ਰੂਰ ਮੈਂ ਹਮੇਸ਼ਾ ਗੱਲ ਪੁੱਛਦੇ ਹੁੰਦੇ ਆ ਆਪਣੇ ਸਾਰੇ ਜਿਹੜੇ ਗੈਸਟ ਆਉਂਦੇ ਆ ਉਹਨਾਂ ਦੇ ਕੋਲੋਂ ਇੱਕ ਪੁੱਛੀਦੀ ਆ ਕਿ ਤੁਹਾਡੇ ਬਾਰੇ 'ਚ ਕੋਈ ਫਨ ਫੈਕਟ ਕਿ ਜਿਹੜਾ ਕਿ ਤੁਹਾਨੂੰ ਕੀ ਮਜ਼ਾ ਆਉਂਦਾ ਚੀਜ਼ ਕਰਨ ਦੇ ਵਿੱਚ ਫਨ ਕਰਦੇ ਆ ਤੁਸੀਂ, ਉਹ ਕੀ ਆ? ਪਤਾ ਨਹੀਂ ਯਾਰ ਐਕਟਿੰਗ ਹੋਣੀ ਚਾਹੀਦੀ ਆ। ਨਹੀਂ ਇਦਾਂ ਤੇ ਹੈ ਮੈਂ ਲਾਈਕ ਹੁਣ ਅੱਜ ਕੱਲ੍ਹ ਟਿਕਟੋਕ ਬਹੁਤ ਬਣਾਉਂਦਾ ਮੈਂ ਦੇਖਦਾ ਹੁੰਦਾ ਟਿਕਟੋਕ ਜਿਹੜਾ ਆ ਉਹ ਕਾਫੀ ਮੈਂ ਤੇਰਾ ਫੋਲੋ ਕਰਦਾ ਆ। ਸੋ ਆਈ ਥਿੰਕ ਹੌਲੀ ਹੌਲੀ ਸੁਧਰ ਰਿਹਾ, ਹੌਲੀ ਹੌਲੀ ਵਧੀਆ ਹੋ ਰਿਹਾ ਕੰਮ। ਸੋ ਬਈ ਜੇ ਹੁਣ ਤੁਸੀਂ ਟਿਕਟੋਕ ਦੇਖਦੇ ਆ ਤਾਂ ਸਨੀ ਬੋਪਾ ਨੂੰ ਜ਼ਰੂਰ ਫਾਲੋ ਕਰੋ। ਸੋ ਇਹਦੇ ਨਾਲ ਹੀ ਜਿਹੜਾ ਇਹ ਐਪੀਸੋਡ ਹੈਗਾ ਆਪਾਂ ਇੱਥੇ ਕਲੋਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਆਪਾਂ ਸਾਰਿਆਂ ਦੇ ਨਾਲ ਤੁਹਾਡੇ ਸਾਰਿਆਂ ਨਾਲ ਇਹੋ ਹੀ ਆਪਾਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ ਕਿ ਜੇ ਤੁਸੀਂ ਵੀ ਇਸ ਏਰੀਏ ਦੇ ਵਿੱਚ ਕੋਈ ਵੀ ਬਿਜ਼ਨਸ ਰਨ ਕਰਦੇ ਹੈਗੇ ਆ, ਕਿਸੇ ਕਿਸਮ ਦਾ ਵੀ ਤੁਸੀਂ ਕੋਈ ਇੱਥੇ ਕੰਮ ਕਰਦੇ ਹੈਗੇ ਆ, ਜੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰਦੇ ਆ, ਤੁਸੀਂ ਸਾਨੂੰ ਸਪੋਰਟ ਕਰਦੇ ਆ ਹਿਡਨ ਵੈਲਥ ਫਾਊਂਡੇਸ਼ਨ ਨੂੰ, ਤੇ ਜ਼ਰੂਰ ਅਸੀਂ ਤੁਹਾਨੂੰ ਇੱਥੇ ਐਸ ਪਲੇਟਫਾਰਮ 'ਤੇ ਜਗ੍ਹਾ ਦੇਣੀ ਚਾਹੁੰਦੇ ਹਾਂ ਤਾਂ ਕਿ ਤੁਸੀਂ ਆਪਣਾ ਜਿਹੜਾ ਸੰਦੇਸ਼ ਆ, ਆਪਣੀਆਂ ਜਿਹੜੀਆਂ ਵਧੀਆ ਗੱਲਾਂ ਹੈਗੀਆਂ ਉਹ ਤੁਸੀਂ ਪਬਲਿਕ ਤੱਕ ਲੈ ਕੇ ਜਾ ਸਕੋ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਸਾਡੇ ਸਪੋਰਟਰਸ ਹੈਗੇ ਆ, ਜਿਹੜੇ ਸਾਡੇ ਕਲੋਜ਼ ਬਿਜ਼ਨੈਸਿਸ ਹੈਗੇ ਜਿਹੜੇ ਸਾਨੂੰ ਸਪੋਰਟ ਕਰਦੇ ਆ, ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਦਾ ਜਿਹੜਾ ਅਸੀਂ ਇਹ ਬੇੜਾ ਚੁੱਕਿਆ, ਇਹਨੂੰ ਅਸੀਂ ਟਾਈਮ ਟੂ ਟਾਈਮ ਪੂਰਾ ਕਰਦੇ ਰਵਾਂਗੇ। ਤੇ ਬਿਲਕੁਲ ਸਨੀ ਨੇ ਜਿਹੜਾ ਆਪਣਾ ਫਨ ਫੈਕਟ ਸਾਡੇ ਨਾਲ ਸ਼ੇਅਰ ਕੀਤਾ, ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ। ਔਰ ਜ਼ਰੂਰ ਸਨੀ ਬੋਪਾ ਨੂੰ ਫੋਲੋ ਕਰੋ ਟਿਕਟੋਕ 'ਤੇ, ਔਰ ਜਿਹੜਾ ਟਿਕਟੋਕ ਉਹਨਾਂ ਦਾ ਐਡਰੈਸ ਹੈਗਾ ਅਸੀਂ ਆਪਣੇ ਸਕਰੀਨ ਦੇ ਉੱਤੇ ਜ਼ਰੂਰ ਦੇਵਾਂਗੇ ਤੁਹਾਡੇ ਲਈ। ਅਤੇ ਸਨੀ ਸਾਡੇ ਨਾਲ ਇਹ ਸਾਰਾ ਕੁਝ ਸ਼ੇਅਰ ਕਰਨ ਦੇ ਲਈ ਅਤੇ ਇੱਥੇ ਸਟੂਡੀਓ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।